हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਰਸ਼ੀਆ ਤੇ ਯੂਕਰੇਨ ਦੀ ਵਾਰ ਬਾਰੇ। ਸੋ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਵਾਰ ਥੋੜੇ ਦਿਨ ਵਿੱਚ ਖਤਮ ਹੋ ਜਾਵੇਗੀ ਤੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਸੋਚਣਾ ਕਿ ਕਿਤੇ ਵਰਲਡ ਵਾਰ 3 ਨਾ ਲੱਗ ਜਾਵੇ। ਸੋ ਵਰਲਡ ਵਾਰ 3 ਤਾਂ ਬਹੁਤ ਦੂਰ ਦੀ ਗੱਲ ਹੈ। ਇਹ 2-3 ਦਿਨ ਦੀ ਲੜਾਈ ਵਿੱਚ ਹੀ ਕਿੰਨਾ ਦੁਨੀਆ ਦਾ ਨੁਕਸਾਨ ਹੋ ਗਿਆ, ਇਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਤੇ ਇੰਡੀਆ ਨੂੰ ਇਸ ਨਾਲ ਕੀ ਨੁਕਸਾਨ ਹੋਇਆ ਹੈ ਤੇ ਕੀ ਆਉਣ ਵਾਲੇ ਸਮੇਂ ਵਿੱਚ ਹੋਵੇਗਾ, ਇਸ ਬਾਰੇ ਵੀ ਗੱਲ ਕਰਾਂਗੇ। ਤੇ ਇਹ ਸਾਰੀ ਲੜਾਈ ਸ਼ੁਰੂ ਕਿੱਥੋਂ ਹੋਈ ਤੇ ਰਸ਼ੀਆ ਦਾ ਜੋ ਪ੍ਰੈਜ਼ੀਡੈਂਟ ਪੁਤਿਨ ਹੈ, ਇਸ ਨੂੰ ਉੱਥੋਂ ਦਾ ਰਾਜਾ ਵੀ ਕਹਿ ਸਕਦੇ ਹਾਂ, ਜਿਸ ਨੇ ਇਹ ਵਾਰ ਦੀ ਸ਼ੁਰੂਆਤ ਕੀਤੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਰਸ਼ੀਆ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਵਾਰ ਪੁਤਿਨ ਵੱਲੋਂ ਸਟਾਰਟ ਕੀਤੀ ਗਈ ਹੈ, ਕਿਉਂਕਿ ਉੱਥੇ ਟੀਵੀ ਚੈਨਲਾਂ ਤੇ ਇਹ ਦਿਖਾਇਆ ਜਾ ਰਿਹਾ ਹੈ ਕਿ ਯੂਕਰੇਨ ਤੇ ਨਾਟੋ ਮਿਲ ਕੇ ਸਾਡੇ ਨਾਲ ਵਾਰ ਸ਼ੁਰੂ ਕਰਨ ਜਾ ਰਹੇ ਨੇ, ਅਸੀਂ ਤਾਂ ਸ਼ਾਂਤੀ ਬਣਾ ਕੇ ਰੱਖਣਾ ਚਾਹੁੰਦੇ ਨੇ। ਸੋ ਇੱਕ ਤਰ੍ਹਾਂ ਦਾ ਉੱਥੋਂ ਦਾ ਮੀਡੀਆ ਪ੍ਰੈਜ਼ੀਡੈਂਟ ਦੇ ਹੱਕ ਵਿੱਚ ਖਬਰਾਂ ਦਿਖਾ ਰਿਹਾ ਹੈ। ਸੋ ਜਿਵੇਂ ਕਿ ਅਸੀਂ ਤੁਹਾਨੂੰ ਪਿਛਲੀ ਵਾਰ Amazon ਦੇ ਸ਼ੇਅਰ ਗਿਫਟ ਕੀਤੇ ਸੀ, ਇਸ ਵਾਰ ਅਸੀਂ ਤੁਹਾਨੂੰ Apple ਕੰਪਨੀ ਦੇ ਸ਼ੇਅਰ ਗਿਫਟ ਕਰਨ ਜਾ ਰਹੇ ਹਾਂ। ਸੋ ਇਹ ਚੀਜ਼ ਤਾਂ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਇਸ ਵਾਰ ਕਾਰਨ ਪੂਰੀ US ਮਾਰਕੀਟ ਵੀ ਟੁੱਟ ਚੁੱਕੀ ਹੈ, ਪਰ ਸ਼ੇਅਰ ਬਾਏ ਕਰਨ ਦਾ ਇਹ ਬਹੁਤ ਵਧੀਆ ਟਾਈਮ ਹੈ। ਪਰ US ਮਾਰਕੀਟ ਦੇ ਸ਼ੇਅਰ ਬਾਏ ਕਰਨ ਲਈ ਤੁਹਾਨੂੰ ਜਾਣਾ ਪਵੇਗਾ IND ਮਨੀ ਐਪ ਦੇ ਉੱਤੇ। ਸੋ IND ਮਨੀ ਇੱਕ ਅਜਿਹਾ ਪਲੇਟਫਾਰਮ ਹੈ ਜਿਹਦੇ ਉੱਤੇ ਤੁਹਾਨੂੰ ਸਾਰੇ US ਮਾਰਕੀਟ ਦੇ ਸ਼ੇਅਰ ਬਾਏ ਕਰਨ ਲਈ ਮਿਲ ਜਾਣਗੇ, ਜਿਵੇਂ ਕਿ Apple, Facebook, Snapchat, Tesla, Amazon, Google ਤੇ ਹੋਰ ਬਹੁਤ ਸਾਰੇ। ਤੇ ਇੱਥੇ ਸਾਨੂੰ ਇੰਡੀਆ ਵਾਂਗ ਪੂਰਾ ਸ਼ੇਅਰ ਬਾਏ ਕਰਨ ਦੀ ਵੀ ਲੋੜ ਨਹੀਂ। ਜੇਕਰ ਕੋਈ ਜ਼ਿਆਦਾ ਮਹਿੰਗਾ ਸ਼ੇਅਰ ਹੈ ਤਾਂ ਉਸਦਾ 10ਵਾਂ ਹਿੱਸਾ ਵੀ ਖਰੀਦਿਆ ਜਾ ਸਕਦਾ ਹੈ। ਸੋ ਅੱਜ ਤੋਂ ਕੁਝ ਸਮਾਂ ਪਹਿਲਾਂ US ਮਾਰਕੀਟ ਵਿੱਚ ਇਨਵੈਸਟ ਕਰਨਾ ਬਹੁਤ ਮੁਸ਼ਕਲ ਸੀ, ਕਿਉਂਕਿ ਬ੍ਰੋਕਰੇਜ ਚਾਰजेस ਬਹੁਤ ਸੀ ਤੇ ਹੋਰ ਅਲੱਗ ਤੋਂ ਬਾਏ ਐਂਡ ਸੈਲ ਤੇ ਫੀਸਾਂ। ਪਰ IND ਮਨੀ ਸਾਨੂੰ ਸਭ ਕੁਝ ਫ੍ਰੀ ਦੇ ਰਹੀ ਹੈ, ਕੋਈ ਬ੍ਰੋਕਰੇਜ ਚਾਰजेस ਨਹੀਂ, ਕੋਈ ਬਾਏ ਐਂਡ ਸੈਲ ਤੇ ਫੀਸ ਨਹੀਂ। ਤੇ ਉੱਥੇ ਇਨਵੈਸਟਮੈਂਟ ਕਰਨੀ ਸਾਡੇ ਲਈ ਹੋਰ ਵੀ ਫਾਇਦੇਮੰਦ ਇਸ ਕਰਕੇ ਵੀ ਹੈ ਕਿਉਂਕਿ ਸਾਡੀ ਕਰੰਸੀ ਹਮੇਸ਼ਾ ਡਾਲਰ ਦੇ ਮੁਕਾਬਲੇ ਟੁੱਟਦੀ ਰਹਿੰਦੀ ਹੈ ਤੇ ਉੱਥੇ ਸਾਡੀ ਇਨਵੈਸਟਮੈਂਟ ਡਾਲਰ ਦੇ ਵਿੱਚ ਹੋਵੇਗੀ। ਸੋ IND ਮਨੀ ਵੱਲੋਂ ਪੰਜਾਬ ਮਿਡ YouTube ਫੈਮਿਲੀ ਲਈ ਇੱਕ ਬਹੁਤ ਹੀ ਕਮਾਲ ਦਾ ਆਫਰ ਵੀ ਦਿੱਤਾ ਗਿਆ ਹੈ। ਜੋ ਵੀ ਬੰਦਾ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ ਰਾਹੀਂ ਇਹ ਐਪ ਨੂੰ ਡਾਊਨਲੋਡ ਕਰਦਾ ਹੈ ਜਾਂ ਸਿੱਧਾ ਪਲੇ ਸਟੋਰ ਤੋਂ ਵੀ ਡਾਊਨਲੋਡ ਕਰਦਾ ਹੈ ਤੇ PM Apple ਕੋਡ ਨੂੰ ਜ਼ਰੂਰ ਯੂਜ਼ ਕਰਦਾ, ਉਸ ਨੂੰ Apple ਦੇ ਸ਼ੇਅਰ ਦਾ ਕੁਝ % ਹਿੱਸਾ ਬਿਲਕੁਲ ਫ੍ਰੀ ਦਿੱਤਾ ਜਾਵੇਗਾ। ਸੋ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ, ਇੱਕ ਵਾਰੀ ਚੈੱਕ ਜ਼ਰੂਰ ਕਰਿਓ। ਆਪਾਂ ਇਹ ਕਹਾਣੀ ਨੂੰ ਥੋੜਾ ਪਿੱਛੇ ਤੋਂ ਜਾ ਕੇ ਸਟਾਰਟ ਕਰਦੇ ਹਾਂ। 1918 ਦੇ ਵਿੱਚ ਯੂਕਰੇਨ ਨੂੰ ਆਜ਼ਾਦੀ ਮਿਲੀ ਸੀ ਰਸ਼ੀਅਨ ਅੰਪਾਇਰ ਤੋਂ, ਮਤਲਬ ਇਹ ਇੱਕ ਤਰ੍ਹਾਂ ਦਾ ਉਹਨਾਂ ਦਾ ਹੀ ਹਿੱਸਾ ਸੀ। ਸੋ 1991 ਦੇ ਨੇੜੇ ਜਦੋਂ ਸੋਵੀਅਤ ਯੂਨੀਅਨ ਟੁੱਟਦਾ ਗਿਆ, ਸੋ ਉਸ ਸਮੇਂ ਬਹੁਤ ਸਾਰੇ ਯੂਕਰੇਨ ਦੇ ਲੋਕਾਂ ਨੂੰ ਇਹ ਲੱਗਿਆ ਕਿ ਸ਼ਾਇਦ ਸਾਨੂੰ ਆਜ਼ਾਦੀ ਮਿਲ ਚੁੱਕੀ ਹੈ ਸੋਵੀਅਤ ਯੂਨੀਅਨ ਤੋਂ। ਤੇ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਅਸੀਂ ਹੁਣ ਯੂਰਪੀਅਨ ਯੂਨੀਅਨ ਨਾਲ ਜੁੜਦੇ ਹਾਂ, ਅਸੀਂ ਵੀ ਬਾਕੀ ਯੂਰਪੀਅਨ ਕੰਟਰੀਆਂ ਵਾਂਗ ਇੰਡੀਪੈਂਡੈਂਟ ਕੰਟਰੀ ਬਣਨਾ ਚਾਹੁੰਦੇ ਹਾਂ। ਪਰ ਹਾਲੇ ਵੀ ਯੂਕਰੇਨ ਵਿੱਚ ਇੱਕ ਧੜਾ ਜਿਹਾ ਸੀ ਜੋ ਰਸ਼ੀਅਨ ਦੇ ਹੱਕ ਵਿੱਚ ਸੀ, ਉਹ ਚਾਹੁੰਦੇ ਸੀ ਕਿ ਅਸੀਂ ਰਸ਼ੀਆ ਦੇ ਨਾਲ ਹੀ ਰਹੀਏ। ਤੇ ਹੁਣ ਇੱਥੇ ਯੂਕਰੇਨ ਦੇ ਜੋ ਪੋਲੀਟੀਸ਼ੀਅਨ ਨੇ ਉਹ ਵੀ ਦੋ ਗਰੁੱਪਾਂ ਵਿੱਚ ਵੰਡੇ ਹੋਏ ਨੇ, ਇੱਕ ਯੂਰਪੀਅਨ ਯੂਨੀਅਨ ਦੇ ਹੱਕ ਵਿੱਚ ਹੈ ਤੇ ਇੱਕ ਗਰੁੱਪ ਰਸ਼ੀਆ ਦੇ ਹੱਕ ਵਿੱਚ ਹੈ। ਮਤਲਬ ਕਿ 2017 ਦੇ ਡਾਟੇ ਦੇ ਹਿਸਾਬ ਨਾਲ 53% ਯੂਕਰੇਨ ਦੇ ਲੋਕ ਯੂਰਪੀਅਨ ਯੂਨੀਅਨ ਦੇ ਹੱਕ ਵਿੱਚ ਨੇ ਤੇ 46% ਲੋਕ ਨਾਟੋ ਨਾਲ ਜੁਆਇਨਿੰਗ ਕਰਨ ਦੇ ਹੱਕ ਵਿੱਚ ਨੇ ਤੇ 27% ਯੂਕਰੇਨੀਅਨ ਨਾਟੋ ਦੇ ਵਿਰੁੱਧ ਨੇ। ਮਤਲਬ ਕਿ 20-30% ਲੋਕ ਰਸ਼ੀਆ ਦੇ ਫੇਵਰ ਵਿੱਚ ਨੇ, ਪਰ 46% ਯੂਕਰੇਨੀਅਨ ਨਾਟੋ ਨੂੰ ਜੁਆਇਨਿੰਗ ਕਰਨ ਦੇ ਹੱਕ ਵਿੱਚ ਨੇ। ਸੋ ਨਾਟੋ ਇੱਕ ਅਲਾਈਅੰਸ ਹੈ US ਤੇ ਯੂਰਪੀਅਨ ਕੰਟਰੀਜ਼ ਦਾ। ਨਾਟੋ ਦਾ ਪੂਰਾ ਨਾਮ ਹੈ ਦਾ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਇਸ ਵਿੱਚ 28 ਯੂਰਪੀਅਨ ਦੇਸ਼ ਨੇ ਤੇ 2 ਉੱਤਰੀ ਅਮਰੀਕੀ ਦੇਸ਼ ਨੇ। ਇਸ ਦਾ ਸੰਗਠਨ ਵਰਲਡ ਵਾਰ 2 ਤੋਂ ਬਾਅਦ ਕੀਤਾ ਗਿਆ ਸੀ ਤੇ ਇਹ ਟ੍ਰੀਟੀ ਤੇ 4 ਅਪ੍ਰੈਲ 1949 ਨੂੰ ਸਾਈਨ ਕੀਤੇ ਗਏ ਸੀ। ਮਤਲਬ ਜੋ ਕੰਟਰੀਆਂ ਨਾਟੋ ਦਾ ਹਿੱਸਾ ਨੇ, ਜੇਕਰ ਉਹਨਾਂ ਤੇ ਕੋਈ ਵਾਰ ਕਰਦਾ ਹੈ ਤਾਂ ਇਹ ਸਾਰੀਆਂ ਇਕੱਠੀਆਂ ਮਿਲ ਕੇ ਉਸ ਕੰਟਰੀ ਨੂੰ ਮਾਰਨਗੀਆਂ। ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਸਮੇਂ ਯੂਕਰੇਨ ਨਾਟੋ ਦਾ ਹਿੱਸਾ ਨਹੀਂ ਸੀ। ਸੋ ਇਹ ਵਾਰ ਵੀ ਇਸ ਕਾਰਨ ਹੀ ਹੋਈ ਹੈ ਕਿਉਂਕਿ ਨਾਟੋ ਦਾ ਹਿੱਸਾ ਬਣਨ ਜਾ ਰਿਹਾ ਸੀ ਯੂਕਰੇਨ, ਪਰ ਰਸ਼ੀਆ ਨੂੰ ਇਹ ਕਦੇ ਵੀ ਮਨਜ਼ੂਰ ਨਹੀਂ ਤੇ ਰਸ਼ੀਆ ਇਹ ਕਦੇ ਵੀ ਨਹੀਂ ਚਾਹੁੰਦਾ ਕਿ ਨਾਟੋ ਨਾਲ ਯੂਕਰੇਨ ਜੁੜੇ। ਜੇ ਨਾਟੋ ਨਾਲ ਯੂਕਰੇਨ ਜੁੜਦਾ ਹੈ ਤਾਂ ਆਲ ਵਰਲਡ ਦੀ ਆਰਮੀ ਰਸ਼ੀਆ ਦੇ ਬਾਰਡਰ ਤੱਕ ਆ ਸਕਦੀ ਹੈ ਜੇਕਰ ਯੂਕਰੇਨ ਨਾਟੋ ਨਾਲ ਜੁੜ ਗਿਆ, ਕਿਉਂਕਿ ਰਸ਼ੀਆ ਇਹ ਨਹੀਂ ਚਾਹੁੰਦਾ ਕਿ ਉਹ ਚਾਰੇ ਪਾਸੇ ਤੋਂ ਨਾਟੋ ਦੇ ਨਾਲ ਜੁੜੇ ਦੇਸ਼ਾਂ ਨਾਲ ਘਿਰ ਜਾਵੇ। ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਾਪਾਨ ਵੀ ਨਾਟੋ ਦਾ ਇੱਕ ਵਧੀਆ ਮੈਂਬਰ ਹੈ ਤੇ ਦੂਜੇ ਪਾਸੇ ਫਿਨਲੈਂਡ ਦੇ ਵੀ ਸੰਬੰਧ ਨਾਟੋ ਨਾਲ ਹੈਗੇ ਨੇ। ਪਰ ਹੁਣ ਜੇ ਯੂਕਰੇਨ ਵੀ ਨਾਟੋ ਨਾਲ ਜੁੜ ਜਾਵੇ, ਇਹ ਰਸ਼ੀਆ ਨਹੀਂ ਚਾਹੁੰਦਾ ਕਿਉਂਕਿ ਉਸ ਦਾ ਬਹੁਤ ਸਾਰਾ ਬਾਰਡਰ ਰਸ਼ੀਆ ਨਾਲ ਜੁੜਿਆ ਹੋਇਆ ਹੈ। ਸੋ 16 ਦਸੰਬਰ 2021 ਨੂੰ ਯੂਕਰੇਨ ਦੇ ਪ੍ਰੈਜ਼ੀਡੈਂਟ ਦੀ ਇੱਕ ਮੀਟਿੰਗ ਹੁੰਦੀ ਹੈ ਨਾਟੋ ਦੇ ਚੀਫ ਨਾਲ, ਜਿਸ ਵਿੱਚ ਯੂਕਰੇਨ ਦਾ ਕਹਿਣਾ ਸੀ ਕਿ ਉਹ ਨਾਟੋ ਨੂੰ ਜੁਆਇਨ ਕਰੇਗਾ। ਸੋ ਹੁਣ ਤੁਹਾਨੂੰ ਪਤਾ ਹੈ ਕਿ ਰਸ਼ੀਆ ਨੂੰ ਤਾਂ ਇਹ ਬਿਲਕੁਲ ਵੀ ਪਸੰਦ ਨਹੀਂ ਹੈ। ਸੋ ਇਸ ਲਈ ਪੁਤਿਨ ਨੇ ਇੱਕ ਵੀਡੀਓ ਮੀਟਿੰਗ ਕੀਤੀ US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਨਾਲ ਤੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ
ਜੌਨਸਨ ਨਾਲ ਫੋਨ ਤੇ ਗੱਲ ਕੀਤੀ ਤੇ ਫ੍ਰੈਂਚ ਤੇ ਫਿਨਲੈਂਡ ਦੇ ਪ੍ਰੈਜ਼ੀਡੈਂਟ ਨਾਲ ਵੀ ਗੱਲ ਕੀਤੀ ਤੇ ਸਾਰਿਆਂ ਦੇ ਸਾਹਮਣੇ ਇੱਕ ਹੀ ਡਿਮਾਂਡ ਰੱਖੀ ਸੀ ਕਿ ਤੁਸੀਂ ਸਾਰੇ ਮੈਨੂੰ ਗਾਰੰਟੀ ਦੇ ਦਿਓ ਕਿ ਯੂਕਰੇਨ ਨਾਟੋ ਦਾ ਹਿੱਸਾ ਨਹੀਂ ਬਣੇਗਾ। ਪਰ ਹੁਣ ਨਾਟੋ ਕਿੱਥੇ ਮੰਨਣ ਵਾਲਾ ਹੈ, ਉਸ ਦੀ ਤਾਂ ਸੀਮਾ ਵਾਦੀ ਹੈ ਨਾ। ਉਸ ਨੇ ਕਿਹਾ ਕਿ ਯੂਕਰੇਨ ਇੱਕ ਇੰਡੀਪੈਂਡੈਂਟ ਦੇਸ਼ ਹੈ, ਉਸ ਕੋਲ ਖੁਦ ਦੀ ਆਜ਼ਾਦੀ ਹੈ ਆਪਣੇ ਡਿਸੀਜਨ ਲੈਣ ਦੀ। ਉਹ ਨਾਟੋ ਦਾ ਹਿੱਸਾ ਬਣੇ ਜਾਂ ਨਾ, ਇਹ ਫੈਸਲਾ ਉਸਨੇ ਆਪ ਖੁਦ ਲੈਣਾ ਹੈ। ਪਰ ਹੁਣ ਸਾਰੀ ਗੱਲ ਖੜੀ ਸੀ ਯੂਕਰੇਨ ਦੇ ਉੱਤੇ। ਪਰ ਰਸ਼ੀਆ ਕਿੱਥੇ ਮੰਨਦਾ, ਉਹ ਕਹਿੰਦਾ ਜਾਂ ਪਿਆਰ ਨਾਲ ਮੰਨ ਜਾਓ, ਨਹੀਂ ਤਾਂ ਫਿਰ ਸਾਨੂੰ ਮਨਾਉਣਾ ਆਉਂਦਾ ਹੈ। ਕੁੱਲ ਮਿਲਾ ਕੇ ਇਹ ਹੈ ਤਾਂ ਇੱਕ ਧੱਕਾ ਹੀ ਹੈ। ਸੋ ਅਸਲ ਵਿੱਚ ਇਹ ਮਨਾਉਣ ਦਾ ਸਿਲਸਿਲਾ ਸ਼ੁਰੂ ਤਾਂ ਪਹਿਲਾਂ ਤੋਂ ਹੋ ਜਾਣਾ ਸੀ, ਮਤਲਬ ਰਸ਼ੀਆ ਦੇ ਅਟੈਕ ਦਾ। ਪਰ ਕਿਹਾ ਇਹ ਜਾਂਦਾ ਕਿ ਚਾਈਨਾ ਨੇ ਪੁਤਿਨ ਤੇ ਦਬਾਅ ਬਣਾਇਆ ਹੋਇਆ ਸੀ ਕਿ ਇਹ ਜੰਗ 20 ਤਰੀਕ ਤੋਂ ਪਹਿਲਾਂ ਸ਼ੁਰੂ ਨਹੀਂ ਹੋਣੀ ਚਾਹੀਦੀ, ਕਿਉਂਕਿ ਚਾਈਨਾ ਦੇ ਵਿੱਚ ਬੀਜਿੰਗ 올림픽ਸ 20 ਤਰੀਕ ਨੂੰ ਖਤਮ ਹੋਣੇ ਸੀ, ਕਿਉਂਕਿ ਚਾਈਨਾ ਨਹੀਂ ਚਾਹੁੰਦਾ ਸੀ ਕਿ ਕਿਸੇ ਵੀ ਤਰ੍ਹਾਂ ਦੇ ਹਮਲੇ ਜਾਂ ਵਾਰ ਕਾਰਨ ਇਹਨਾਂ ਦੇ ਬੀਜਿੰਗ 올림픽ਸ ਤੇ ਕੋਈ ਅਸਰ ਪਵੇ। ਸੋ ਸਾਡੀ ਇਮੇਜ ਖਰਾਬ ਨਹੀਂ ਹੋਣੀ ਚਾਹੀਦੀ। ਸੋ ਇਹ ਗੱਲ ਇੱਕ ਤਰ੍ਹਾਂ ਸਹੀ ਸਾਬਤ ਹੋਈ। ਜਦੋਂ ਬੀਜਿੰਗ 올림픽ਸ ਖਤਮ ਹੋਏ ਉਸ ਤੋਂ ਦੂਸਰੇ ਦਿਨ ਹੀ ਰਸ਼ੀਆ ਨੇ ਅਟੈਕ ਸ਼ੁਰੂ ਕਰ ਦਿੱਤਾ। ਸੋ ਇਸ ਤੋਂ ਇਹ ਤਾਂ ਸਾਬਤ ਹੋ ਗਿਆ ਕਿ ਰਸ਼ੀਆ ਤੇ ਚਾਈਨਾ ਦੋਨੋਂ ਪੱਕੇ ਦੋਸਤ ਨੇ। ਸੋ ਰਸ਼ੀਆ ਲਈ ਇਹ ਕੋਈ ਨਵਾਂ ਕੰਮ ਨਹੀਂ ਹੈ। ਵੈਸੇ 2014 ਵਿੱਚ ਇਹਨਾਂ ਨੇ ਕ੍ਰੀਮੀਆ ਤੇ ਕਬਜ਼ਾ ਕਰ ਲਿਆ ਸੀ ਤੇ ਇਹੀ ਸਾਲ ਲੁਹਾਨਸ ਤੇ ਡੋਨੈਕਸ ਦੇ ਹਿੱਸੇ ਨੂੰ ਵੀ ਯੂਕਰੇਨ ਤੋਂ ਤੋੜ ਕੇ ਅਲੱਗ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਫਿਰ ਇਹ ਦੋਨੋਂ ਏਰੀਏ ਦੇ ਲੋਕਾਂ ਨੇ ਆਪਣੀ ਇੱਕ ਨਵੀਂ ਕੰਟਰੀ ਦਾ ਐਲਾਨ ਕਰ ਦਿੱਤਾ। ਪਰ ਇਹ ਏਰੀਆ ਯੂਕਰੇਨ ਦੇ ਟੁੱਟਣ ਤੋਂ ਬਾਅਦ ਰਸ਼ੀਆ ਨੇ ਇਸ ਏਰੀਏ ਦੀ ਬਹੁਤ ਮਦਦ ਕੀਤੀ ਹੈ, ਜਿਵੇਂ ਮਿਲਟਰੀ ਸਪੋਰਟ ਦੇ ਕੇ ਤੇ ਫਾਈਨੈਂਸ਼ੀਅਲ ਸਪੋਰਟ ਦੇ ਕੇ ਤੇ ਕੋਵਿਡ ਵੈਕਸੀਨ ਵੀ ਉਪਲਬਧ ਕਰਾਈ ਹੈ ਤੇ ਇਸ ਜਗ੍ਹਾ ਤੇ ਰਹਿਣ ਵਾਲੇ 8 ਲੱਖ ਲੋਕਾਂ ਨੂੰ ਰਸ਼ੀਅਨ ਪਾਸਪੋਰਟ ਵੀ ਦੇ ਦਿੱਤੇ ਗਏ ਨੇ। ਤੇ ਪੁਤਿਨ ਦਾ ਕਹਿਣਾ ਹੈ ਕਿ ਅਸੀਂ ਇਸ ਏਰੀਏ ਨੂੰ ਇੰਡੀਪੈਂਡੈਂਟ ਕੰਟਰੀ ਦੇ ਤਰ੍ਹਾਂ ਦੇਖਦੇ ਹਾਂ ਤੇ ਉਸ ਨੇ ਹੁਣ ਆਪਣੀ ਆਰਮੀ ਇੱਥੇ ਤੱਕ ਪਹੁੰਚਾ ਦਿੱਤੀ ਸੀ। ਪਰ ਇਸ ਵਾਰ ਰਸ਼ੀਆ ਇਸ ਹਿੱਸੇ ਤੱਕ ਹੀ ਸੀਮਿਤ ਨਹੀਂ, ਬਲਕਿ ਲੋਕਾਂ ਨੂੰ ਡਰ ਇਹ ਹੈ ਕਿ ਉਹ ਪੂਰਾ ਯੂਕਰੇਨ ਹੀ ਨਾ ਕਬਜ਼ੇ ਵਿੱਚ ਲੈ ਲਵੇ। ਸੋ 2014 ਵਿੱਚ ਰਸ਼ੀਆ ਨੇ ਕ੍ਰੀਮੀਆ ਤੇ ਕਬਜ਼ਾ ਕੀਤਾ ਸੀ ਤੇ 2008 ਵਿੱਚ ਜਾਰਜੀਆ ਦੇ ਕੁਝ ਹਿੱਸੇ ਤੇ ਵੀ ਰਸ਼ੀਆ ਨੇ ਕਬਜ਼ਾ ਕੀਤਾ ਸੀ, ਜਿਸ ਏਰੀਏ ਦਾ ਨਾਮ ਹੈ ਅਬਖਾਜ਼ੀਆ ਤੇ ਸਾਊਥ ਓਸੇਟੀਆ ਤੇ ਇਸ ਦੇ ਨਾਲ-ਨਾਲ ਮੋਲਦੋਵਾ ਦਾ ਵੀ ਇੱਕ ਟ੍ਰਾਂਸਨਿਸਟਰੀਆ ਏਰੀਆ ਵੀ ਰਸ਼ੀਆ ਦੇ ਅੰਡਰ 'ਚ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਰਸ਼ੀਆ ਨੇ ਇਸ ਵਕਤ ਯੂਕਰੇਨ ਨੂੰ ਤਿੰਨਾਂ ਪਾਸਿਓਂ ਘੇਰ ਰੱਖਿਆ ਹੈ ਤੇ ਜਦੋਂ ਰਸ਼ੀਆ ਯੂਕਰੇਨ ਦੀ ਰਾਜਧਾਨੀ ਕੋਲ ਪਹੁੰਚ ਗਿਆ ਤਾਂ ਸਮਝੋ ਕਿ ਯੂਕਰੇਨ ਤੇ ਕਬਜ਼ਾ ਰਸ਼ੀਆ ਦਾ ਹੋ ਗਿਆ ਤੇ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਰਸ਼ੀਆ ਨੂੰ ਯੂਕਰੇਨ ਦੀ ਰਾਜਧਾਨੀ ਤੱਕ ਪਹੁੰਚਣ ਲਈ ਕੋਈ ਜ਼ਿਆਦਾ ਸਮਾਂ ਨਹੀਂ ਲੱਗਣਾ। ਸੋ ਅੱਜ ਦੇ ਸਮੇਂ ਜ਼ਿਆਦਾਤਰ ਦੇਸ਼ ਲੜਾਈ ਨਹੀਂ ਕਰਨਾ ਚਾਹੁੰਦੇ, ਵਾਰ ਵਿੱਚ ਵੀ ਨਹੀਂ ਜਾਣਾ ਚਾਹੁੰਦੇ, ਪਰ ਫਿਰ ਵੀ ਉਹ ਯੂਕਰੇਨ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇ ਰਹੇ ਨੇ, ਬੇਸ਼ੱਕ ਉਹ ਹਥਿਆਰਾਂ ਦੀ ਹੋਵੇ ਜਾਂ ਕੋਈ ਹੋਰ ਤਰ੍ਹਾਂ ਦੀ, ਪਰ ਮਿਲਟਰੀ ਦੀ ਸਹਾਇਤਾ ਨਹੀਂ ਦੇ ਰਹੇ ਤੇ ਉਹਨਾਂ ਨੂੰ ਪਤਾ ਹੈ ਕਿ ਇਸ ਨਾਲ ਖੂਨ ਖਰਾਬਾ ਹੀ ਹੁੰਦਾ ਹੈ ਤੇ ਆਰਥਿਕ ਸਥਿਤੀ ਦਾ ਬਹੁਤ ਬੁਰਾ ਹਾਲ ਹੁੰਦਾ ਹੈ ਤੇ ਜਿੰਨੇ ਵੀ ਦੇਸ਼ ਵਾਰ ਵਿੱਚ ਜਾਂਦੇ ਨੇ ਉਹਨਾਂ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ, ਬਲਕਿ ਫਾਇਦਾ ਕੋਈ ਹੋਰ ਦੇਸ਼ ਲੈ ਜਾਂਦਾ ਹੈ। ਸੋ ਨਾਟੋ ਨੇ 5000 ਸੈਨਿਕ ਆਪਣੇ ਪੋਲੈਂਡ ਵਿੱਚ ਭੇਜ ਦਿੱਤੇ ਨੇ ਤੇ 4000 ਰੋਮਾਨੀਆ, ਬੁਲਗਾਰੀਆ, ਹੰਗਰੀ ਵਰਗੇ ਦੇਸ਼ਾਂ ਵਿੱਚ, ਕਿਉਂਕਿ ਇਹ ਸਾਰੇ ਨਾਟੋ ਦੇ ਦੇਸ਼ ਨੇ ਤੇ ਇੱਥੇ ਸਿਰਫ ਇਹਨਾਂ ਦੀ ਰੱਖਿਆ ਲਈ ਭੇਜੇ ਨੇ, ਨਾ ਕਿ ਯੂਕਰੇਨ ਦੀ। ਪਰ ਨਾਟੋ ਨੇ ਯੂਕਰੇਨ ਦੀ ਮਦਦ ਉਹਨਾਂ ਨੂੰ ਵੈਪਨਸ, ਹੋਰ ਤਰ੍ਹਾਂ ਦੇ ਹਥਿਆਰ ਦੇ ਕੇ ਜ਼ਰੂਰ ਕੀਤੀ ਹੈ, ਪਰ ਆਪਣੀ ਮਿਲਟਰੀ ਨਹੀਂ ਦਿੱਤੀ। ਤੇ ਜਰਮਨੀ ਨੇ 5000 ਹੈਲਮੇਟਸ ਭੇਜੇ ਨੇ। ਸੋ ਤੁਹਾਨੂੰ ਦੱਸ ਦਈਏ ਕਿ ਯੂਕਰੇਨ ਦੀ ਐਕਟਿਵ ਆਰਮੀ ਇਸ ਸਮੇਂ 2 ਲੱਖ ਹੈ, ਜਦ ਕਿ 1.5-2 ਲੱਖ ਤਾਂ ਰਸ਼ੀਆ ਨੇ ਬਾਰਡਰ ਤੇ ਹੀ ਖੜਾ ਕੇ ਰੱਖੀ ਹੋਈ ਹੈ। ਸੋ ਤੁਸੀਂ ਆਪ ਸਮਝਦਾਰ ਹੋ ਕਿ ਰਸ਼ੀਆ ਲਈ ਇਹ ਕਿੰਨਾ ਆਸਾਨ ਹੈ। ਯੂਕਰੇਨ ਦੀ ਰਿਜ਼ਰਵ ਆਰਮੀ 9 ਲੱਖ ਹੈ, ਜਦ ਕਿ ਰਸ਼ੀਆ ਦੀ ਐਕਟਿਵ ਆਰਮੀ ਹੀ 9 ਲੱਖ ਹੈ ਤੇ ਰਿਜ਼ਰਵ 20 ਲੱਖ, ਮਤਲਬ ਟੋਟਲ 29 ਲੱਖ ਤੇ ਯੂਕਰੇਨ ਦੀ ਟੋਟਲ 11 ਲੱਖ। ਤੇ ਯੂਕਰੇਨ ਕੋਲ 에ਅਰਕ੍ਰਾਫਟ 98 ਨੇ ਤੇ ਰਸ਼ੀਆ ਕੋਲ 1511, ਮਤਲਬ 15 ਗੁਣਾ ਜ਼ਿਆਦਾ ਫਾਈਟਰ ਜੈਟ ਹੈ ਨਾ ਕੋਲ। ਤੇ ਯੂਕਰੇਨ ਕੋਲ 2500 ਦੇ ਨੇੜੇ ਤੇੜੇ ਟੈਂਕ ਹੈ, ਜਦ ਕਿ ਰਸ਼ੀਆ ਕੋਲ 12000 ਤੋਂ ਵੀ ਜ਼ਿਆਦਾ। ਸੋ ਇਸ ਕਰਕੇ ਹੀ ਹੁਣ ਯੂਕਰੇਨ ਆਪਣੀ ਆਮ ਜਨਤਾ ਨੂੰ ਇਹ ਮਸਲੇ ਬਾਰੇ ਸਮਝਾ ਰਿਹਾ ਹੈ ਤੇ ਉਹਨਾਂ ਨੂੰ ਮਿਲਟਰੀ ਵਿੱਚ ਸ਼ਾਮਲ ਕਰ ਰਿਹਾ ਹੈ ਤੇ ਪੂਰੀ ਤਰ੍ਹਾਂ ਟ੍ਰੇਨਿੰਗ ਦੇ ਰਿਹਾ ਹੈ। ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਪਣਾ ਪਾਸਪੋਰਟ ਤੇ ਆਪਣੇ ਦਸਤਾਵੇਜ਼ ਦਿਖਾਓ ਤੇ ਗਨ ਲੈ ਕੇ ਚਲੇ ਜਾਓ। ਤੇ ਯੂਕਰੇਨ ਦੇ ਬਹੁਤ ਸਾਰੇ ਲੋਕ ਆਖਰ ਸਾਹ ਤੱਕ ਲੜਨ ਲਈ ਖੜੇ ਨੇ। ਸੋ ਇਸ ਕਰਕੇ ਹੀ ਯੂਕਰੇਨ ਦੇ ਬਹੁਤ ਸਾਰੇ ਲੋਕ ਆਪਣੇ ਆਖਰੀ ਸਾਹਾਂ ਤੱਕ ਲੜਨ ਲਈ ਤਿਆਰ ਖੜੇ ਨੇ। ਤੇ ਰਸ਼ੀਆ ਨੇ ਇਹ ਵੀ ਕਹਿ ਰੱਖਿਆ ਕਿ ਜੇਕਰ ਕੋਈ ਹੋਰ ਦੇਸ਼ ਇਸ ਵਾਰ ਵਿੱਚ ਐਂਟਰ ਹੁੰਦਾ ਹੈ ਤਾਂ ਅਸੀਂ ਨਿਊਕਲੀਅਰ ਬੰਬ ਦਾ ਇਸਤੇਮਾਲ ਵੀ ਕਰ ਸਕਦੇ ਹਾਂ। ਪਰ ਰਸ਼ੀਆ ਨੂੰ ਨਿਊਕਲੀਅਰ ਬੰਬ ਸਿੱਟਣ ਦੀ ਵੀ ਲੋੜ ਨਹੀਂ, ਕਿਉਂਕਿ ਯੂਕਰੇਨ ਪਹਿਲਾਂ ਹੀ ਨਿਊਕਲੀਅਰ ਦੇ ਢੇਰ ਤੇ ਬੈਠਾ ਹੈ
ਜਿਸ ਤੇ ਅਸੀਂ ਇੱਕ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਹਾਂ। ਚਰਨੋਬਿਲ ਡਿਜ਼ਾਸਟਰ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਨਿਊਕਲੀਅਰ ਡਿਜ਼ਾਸਟਰ ਸੀ ਤੇ ਰਸ਼ੀਅਨ ਫੋਰਸ ਨੇ ਚਰਨੋਬਿਲ ਨਿਊਕਲੀਅਰ ਪਾਵਰ ਪਲਾਂਟ ਤੇ ਆਪਣਾ ਕਬਜ਼ਾ ਕਰ ਲਿਆ ਹੈ ਤੇ ਇਹ ਨਿਊਕਲੀਅਰ ਪਾਵਰ ਪਲਾਂਟ ਦਾ ਮਲਬਾ ਹਲੇ ਵੀ ਉੱਥੇ ਹੀ ਪਿਆ ਹੈ, ਜਿਸ ਨੂੰ ਸਟੀਲ ਤੇ ਕੰਕਰੀਟ ਦੇ ਚੈਂਬਰ ਨਾਲ ਟਕਿਆ ਹੋਇਆ ਹੈ। ਪਰ ਹੋ ਸਕਦਾ ਹੈ ਕਿ ਗੋਲਾਬਾਰੀ ਦੌਰਾਨ ਇਸ ਵਿੱਚ ਛੇਦ ਨਾ ਹੋ ਗਿਆ ਹੋਵੇ, ਜਿਸ ਕਾਰਨ ਉੱਥੇ ਰੇਡੀਏਸ਼ਨ ਵੱਧਦੀ ਜਾ ਰਹੀ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਬਹੁਤ ਮਾੜਾ ਅਸਰ ਹੋਵੇਗਾ, ਇਕੱਲੇ ਯੂਕਰੇਨ ਤੇ ਨਹੀਂ ਬਲਕਿ ਨਾਲ ਲੱਗਦੇ ਹੋਰ ਵੀ ਬਹੁਤ ਸਾਰੇ ਯੂਰਪ ਦੇ ਦੇਸ਼ਾਂ ਤੇ। ਸੋ ਯੂਕਰੇਨ ਦੇ ਚਰਨੋਬਿਲ ਨਿਊਕਲੀਅਰ ਪਾਵਰ ਪਲਾਂਟ ਤੇ ਅਸੀਂ ਇੱਕ ਵੀਡੀਓ ਵੀ ਬਣਾਈ ਹੋਈ ਹੈ, ਸੋ ਉਸ ਨੂੰ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਕਿਵੇਂ ਦੁਨੀਆ ਦੀ ਇਹ ਦਰਦਨਾਕ ਘਟਨਾ ਵਾਪਰੀ ਸੀ ਤੇ ਇਸ ਨੂੰ ਯੂਕਰੇਨ ਕਦੇ ਵੀ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੇਗਾ। ਕਿਹਾ ਵੀ ਜਾਂਦਾ ਕਿ ਰੂਸ ਆਪਣੀਆਂ ਫੌਜੀ ਗੱਡੀਆਂ ਨਾਲ ਲਾਸ਼ਾਂ ਨੂੰ ਜਲਾਉਣ ਵਾਲੀਆਂ ਇਲੈਕਟ੍ਰਿਕ ਭੱਠੀਆਂ ਨਾਲ ਲਈ ਫਿਰਦਾ ਹੈ ਤਾਂ ਕਿ ਉਹ ਆਪਣੇ ਫੌਜੀਆਂ ਦੀਆਂ ਲਾਸ਼ਾਂ ਨੂੰ ਨਾਲ ਦੀ ਨਾਲ ਹੀ ਖਤਮ ਕਰ ਦੇਵੇ ਤੇ ਰੂਸ ਦੇ ਜਾਨੀ ਨੁਕਸਾਨ ਨੂੰ ਲੁਕੋਇਆ ਜਾਵੇ ਤੇ ਰੂਸ ਬੜਾ ਮਾਣ ਨਾਲ ਕਹੇ ਕਿ ਸਾਡਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਕਿਸੇ ਨੂੰ ਉਹਨਾਂ ਦਾ ਫੌਜੀ ਕਿਤੇ ਮਿਲਣਾ ਹੀ ਨਹੀਂ। ਮਤਲਬ ਹੁਣ ਰਸ਼ੀਆ ਯੂਕਰੇਨ ਦੀ ਹਰ ਤਰ੍ਹਾਂ ਦੀ ਨਬਜ਼ ਦੱਬਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੋ ਅਮਰੀਕਾ ਨੇ ਰਸ਼ੀਆ ਤੇ ਬਹੁਤ ਸਾਰੀਆਂ ਰੋਕਾਂ ਲਗਾ ਦਿੱਤੀਆਂ ਨੇ, ਉਹਨਾਂ ਦੇ ਐਕਸਪੋਰਟ ਇੰਪੋਰਟ ਤੇ ਟੈਕਨੋਲੋਜੀ ਤੇ ਦੇਸ਼ਾਂ ਦਾ ਉਹਨਾਂ ਨਾਲ ਵਪਾਰ ਕਰਨਾ ਬੰਦ ਕਰ ਦਿੱਤਾ ਹੈ। ਅਜਿਹੇ ਚ ਅਮਰੀਕਾ ਨੇ ਰੂਸ ਤੇ ਕੁਝ ਪਾਬੰਦੀਆਂ ਲਗਾਈਆਂ ਨੇ ਜੋ ਉਹਨਾਂ ਦੇ ਸਪੇਸ ਸ਼ਟਲ ਦੀ ਰਫ਼ਤਾਰ ਹੌਲੀ ਕਰ ਸਕਦੀਆਂ ਨੇ। ਇਸ ਦੌਰਾਨ ਰੂਸ ਨੇ ਫਿਰ ਅਮਰੀਕਾ ਨੂੰ ਇੱਕ ਧਮਕੀ ਦਿੱਤੀ ਕਿ ਜੇਕਰ ਅਜਿਹੀਆਂ ਪਾਬੰਦੀਆਂ ਅਮਰੀਕਾ ਜਾਰੀ ਰੱਖਦਾ ਹੈ ਤਾਂ ਅੰਤਰਰਾਸ਼ਟਰੀ ਸਪੇਸ ਸਟੇਸ਼ਨ ISS ਨੂੰ ਯੂਰਪ ਜਾਂ ਸੰਯੁਕਤ ਰਾਜ ਅਮਰੀਕਾ ਤੇ ਵੀ ਸੁੱਟ ਦੇਵੇਗਾ। ਤੇ ਰੂਸੀ ਸਪੇਸ ਸਟੇਸ਼ਨ ਏਜੰਸੀ ਦਾ ਬਿਆਨ ਸਾਹਮਣੇ ਇਹ ਆਇਆ ਕਿ ਉਹਨਾਂ ਨੇ ਟਵੀਟ ਕਰਕੇ ਸਪਸ਼ਟ ਲਹਿਜੇ 'ਚ ਅਮਰੀਕਾ ਨੂੰ ਧਮਕੀ ਦਿੱਤੀ ਹੈ। ਰੋਗੋਜ਼ਿਨ ਨੇ ਟਵੀਟ 'ਚ ਲਿਖਿਆ ਕਿ ਜੇਕਰ ਤੁਸੀਂ ਸਾਡੇ ਨਾਲ ਸਹਿਯੋਗ ਬੰਦ ਕਰ ਦਿੰਦੇ ਹੋ ਤਾਂ ISS ਕਿਤੇ ਵੀ ਬੇਕਾਬੂ ਹੋ ਕੇ ਡਿੱਗ ਸਕਦਾ ਹੈ, ਖਾਸ ਕਰਕੇ ਇਹ ਯੂਰਪ ਜਾਂ ਅਮਰੀਕਾ ਵਿੱਚ ਡਿੱਗ ਸਕਦਾ ਹੈ। ਤੇ ਅਮਰੀਕਾ ਨੇ ਨਾਟੋ ਦੀਆਂ ਫੋਰਸਾਂ ਨੂੰ ਈਸਟਰਨ ਯੂਰਪੀਅਨ ਦੇਸ਼ਾਂ ਵਿੱਚ ਲਗਾ ਦਿੱਤਾ ਹੈ ਉਹਨਾਂ ਦੀ ਰੱਖਿਆ ਲਈ, ਪਰ ਨਾਟੋ ਦੀ ਰਸ਼ੀਅਨ ਫੋਰਸ ਨਾਲ ਕੋਈ ਵੀ ਫਾਈਟ ਨਹੀਂ ਹੋਈ। ਜੇਕਰ ਨਾਟੋ ਦੀ ਰਸ਼ੀਅਨ ਫੋਰਸ ਨਾਲ ਫਾਈਟ ਹੁੰਦੀ ਹੈ ਤਾਂ ਨਿਊਕਲੀਅਰ ਵਾਰ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਣਗੇ। ਪਰ ਅਮਰੀਕਾ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਹਾਲਤ ਵਿੱਚ ਰਸ਼ੀਆ ਨਾਲ ਫਾਈਟ ਨਹੀਂ ਕਰਨੀ ਚਾਹੁੰਦੇ। ਸੋ ਜਰਮਨੀ ਨੇ ਵੀ ਰਸ਼ੀਆ ਦੀ ਗੈਸ ਲਾਈਨ ਨੂੰ ਰੋਕ ਦਿੱਤਾ ਹੈ, ਜਦ ਕਿ 50% ਜਰਮਨੀ ਵਿੱਚ ਗੈਸ ਰਸ਼ੀਆ ਤੋਂ ਹੀ ਆਉਂਦੀ ਹੈ। ਸੋ ਗੈਸ ਦੇਣ ਵਾਲਿਆਂ ਨੂੰ ਨੁਕਸਾਨ ਤਾਂ ਹੋਵੇਗਾ ਹੀ, ਪਰ ਲੈਣ ਵਾਲਿਆਂ ਨੂੰ ਕਿੰਨਾ ਹੋਵੇਗਾ, ਕਿਉਂਕਿ ਜਰਮਨੀ ਵਿੱਚ ਹੀ ਗੈਸ ਦੇ ਬਹੁਤ ਜ਼ਿਆਦਾ ਪ੍ਰਾਈਸ ਵੱਧ ਜਾਣਗੇ। ਜਿਵੇਂ ਕਿ ਚਾਈਨਾ ਦਾ ਜਿੰਨਾ ਅੱਜ ਇੰਡੀਆ ਵਰਤ ਰਿਹਾ ਹੈ, ਜੇਕਰ ਉਹ ਸਾਰੇ ਤੇ ਬੈਨ ਲਾ ਦੇਵੇ ਤਾਂ ਚਾਈਨਾ ਦੀ ਇਕਨੋਮੀ ਤੇ ਅਸਰ ਘੱਟ ਹੋਵੇਗਾ ਬਲਕਿ ਇੰਡੀਆ ਦੀ ਤੇ ਜ਼ਿਆਦਾ ਹੋਵੇਗਾ, ਕਿਉਂਕਿ ਉਹ ਸਾਰਾ ਸਮਾਨ ਇੰਡੀਆ ਨੂੰ ਬਾਹਰਲੇ ਦੇਸ਼ਾਂ ਤੋਂ ਮੰਗਾਉਣਾ ਤਾਂ ਪਵੇਗਾ, ਬੇਸ਼ੱਕ ਉਹ ਦੂਰ ਦੇ ਦੇਸ਼ਾਂ ਤੋਂ ਮੰਗਾਇਆ ਜਾਵੇ, ਇਸ ਲਈ ਉਸ ਨੂੰ ਉਹ ਮਹਿੰਗਾ ਪਵੇਗਾ ਤੇ ਇੰਡੀਆ ਵਿੱਚ ਇੱਥੇ ਤਿਆਰ ਕਰਨ ਲਈ ਇੰਨੇ ਸਾਡੇ ਕੋਲ ਸਾਧਨ ਨਹੀਂ ਹੈ। ਤੇ ਤੁਹਾਨੂੰ ਦੱਸ ਦਈ ਕਿ ਇਸ ਸਮੇਂ ਯੂਕਰੇਨ ਵਿੱਚ 25,000 ਇੰਡੀਅਨਸ ਨੇ, ਜਿਨ੍ਹਾਂ ਵਿੱਚ 20,000 ਸਟੂਡੈਂਟਸ ਨੇ। ਸੋ ਹੁਣ ਤੁਹਾਨੂੰ ਦੱਸ ਦਈ ਕਿ ਬੇਸ਼ੱਕ US ਨੇ ਰਸ਼ੀਆ ਨਾਲ ਲੈਣ ਦੇਣ ਬੰਦ ਕਰ ਦਿੱਤਾ ਹੈ, ਪਰ ਰਸ਼ੀਆ ਤੋਂ 50% ਤੱਕ ਕੱਚਾ ਤੇਲ ਪੂਰੀ ਗਲੋਬਲ ਮਾਰਕੀਟ ਵਿੱਚ ਜਾਂਦਾ ਹੈ ਤੇ ਜੇਕਰ ਹੁਣ ਉਹ ਆਉਣਾ ਬੰਦ ਹੋ ਗਿਆ ਤਾਂ ਗਲੋਬਲ ਮਾਰਕੀਟ ਵਿੱਚ ਤੇਲ ਦੀ ਸਪਲਾਈ ਘਟੇਗੀ, ਜਿਸ ਨਾਲ ਤੇਲ ਦੀਆਂ ਕੀਮਤਾਂ ਵੱਧ ਜਾਣਗੀਆਂ। ਜੇਕਰ ਤੇਲ ਦੀਆਂ ਕੀਮਤਾਂ ਵਧੀਆਂ ਤਾਂ ਉਹਨਾਂ ਨਾਲ ਟਰਾਂਸਪੋਰਟ ਖਰਚੇ ਵਧਣਗੇ ਤੇ ਟਰਾਂਸਪੋਰਟ ਨਾਲ ਹੋਰ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ। ਤੇ ਹੁਣ ਗੱਲ ਕਰਦੇ ਹਾਂ ਇਸ ਚੀਜ਼ ਦਾ ਇੰਡੀਆ ਤੇ ਕੀ ਅਸਰ ਪਵੇਗਾ ਤੇ ਇੰਡੀਆ ਕਿਸ ਦੇ ਪੱਖ ਵਿੱਚ ਜਾ ਸਕਦਾ ਹੈ, US ਜਾਂ ਰਸ਼ੀਆ। ਤੇ ਜੇਕਰ ਦੇਖਿਆ ਜਾਵੇ ਤਾਂ ਇੰਡੀਆ ਨੇ ਕਦੇ ਵੀ ਰਸ਼ੀਆ ਨੂੰ ਗਲਤ ਨਹੀਂ ਕਿਹਾ ਕਿ ਉਹ ਬਹੁਤ ਜ਼ਿਆਦਾ ਗਲਤ ਕਰ ਰਿਹਾ ਹੈ। ਸੋ ਇੰਡੀਆ ਰਸ਼ੀਆ ਨੂੰ ਮਾੜਾ ਇਸ ਕਰਕੇ ਵੀ ਨਹੀਂ ਕਹਿ ਸਕਦਾ ਕਿਉਂਕਿ ਇੰਡੀਆ ਦੀ ਮਿਲਟਰੀ ਸਪਲਾਈ ਬਹੁਤ ਜ਼ਿਆਦਾ ਡਿਪੈਂਡ ਹੈ ਰਸ਼ੀਆ ਦੇ ਉੱਤੇ। ਸੋ 2016 ਤੋਂ ਲੈ ਕੇ 2020 ਤੱਕ ਇੰਡੀਆ ਨੇ 50% ਤੱਕ ਹਥਿਆਰ ਰਸ਼ੀਆ ਤੋਂ ਮੰਗਵਾਏ ਨੇ ਤੇ ਇਹ ਪਾਰਟਨਰਸ਼ਿਪ ਸਿਰਫ ਲੈਣ ਦੇਣ ਤੱਕ ਹੀ ਸੀਮਿਤ ਨਹੀਂ ਬਲਕਿ ਇੰਡੀਆ ਤੇ ਰਸ਼ੀਆ ਜੁਆਇੰਟਲੀ ਡਿਵੈਲਪ ਐਂਡ ਰਿਸਰਚ ਵੀ ਇਕੱਠੇ ਕਰ ਰਹੇ ਨੇ। ਪਰ ਹੁਣ US ਨੇ ਸਾਰੀਆਂ ਕੰਟਰੀਆਂ ਦਾ ਵਪਾਰ ਕਰਨਾ ਇਹਨਾਂ ਨਾਲ ਬੰਦ ਕਰ ਦਿੱਤਾ ਹੈ, ਇਸ ਕਰਕੇ ਇੰਡੀਆ ਨੂੰ ਥੋੜੀ ਦਿੱਕਤ ਆ ਸਕਦੀ ਹੈ। ਪਰ ਪਹਿਲਾਂ ਵੀ US ਨੇ ਐਦਾਂ ਹੀ ਇੱਕ ਕੰਟਰੀ ਨਾਲ ਵਪਾਰ ਬੰਦ ਕਰਨ ਦੇ ਐਲਾਨ ਕੀਤੇ ਸੀ, ਉਹ ਸੀ ਇਰਾਨ। ਪਰ ਉਸ ਸਮੇਂ US ਨਾਲ ਇੰਡੀਆ ਗੱਲਬਾਤ ਕਰ ਸਕਦਾ ਸੀ ਕਿਉਂਕਿ US ਨੂੰ ਚਾਈਨਾ ਤੇ ਨਜ਼ਰ ਰੱਖਣ ਲਈ ਇੰਡੀਆ ਦੀ ਮਦਦ ਦੀ ਬਹੁਤ ਲੋੜ ਸੀ। ਮਤਲਬ ਜੇਕਰ US ਚਾਈਨਾ ਤੇ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਬਣਾਉਂਦਾ ਹੈ ਤਾਂ ਉਸ ਨੂੰ ਇੰਡੀਆ ਦੀ ਲੋੜ ਜ਼ਰੂਰ ਪਵੇਗੀ, ਬੇਸ਼ੱਕ ਉਹ ਇੰਡੀਆ ਦੀ ਜ਼ਮੀਨ ਹੋਵੇ ਜਾਂ ਸਰਹੱਦ ਹੋਵੇ। ਸੋ ਹੁਣ ਇੱਥੇ ਇੰਡੀਆ ਲਈ ਪ੍ਰੋਬਲਮ ਇਹ ਹੈ ਕਿ ਰਸ਼ੀਆ ਤੇ ਚਾਈਨਾ ਦੀ ਰਿਲੇਸ਼ਨਸ਼ਿਪ ਬਹੁਤ ਵੱਧ ਰਹੀ ਹੈ ਤੇ ਹੁਣ ਤੁਹਾਨੂੰ ਪਤਾ ਹੈ ਕਿ ਚਾਈਨਾ ਤੇ ਰਸ਼ੀਆ US ਨਾਲ ਲੱਗਦੇ ਨੇ ਤੇ ਇਸ ਲਈ ਉਹ ਦੋਨੋਂ ਪੱਕੇ ਦੋਸਤ ਬਣ ਰਹੇ ਨੇ ਤੇ ਇੰਡੀਆ ਤੇ ਚਾਈਨਾ ਦੇ ਬਾਰਡਰ ਤੇ ਤਣਾਅ ਹਲੇ ਵੀ ਪੂਰੀ ਤਰ੍ਹਾਂ ਖਤਮ ਨਹੀਂ
नहीं होया। सो कहने का मतलब कि जेकर इंडिया यूएस ਵੱਲ ਜਾਂਦਾ ਹੈ, ਰਸ਼ੀਆ ਤੋਂ ਟੁੱਟਦਾ ਹੈ, ਤਾਂ ਚਾਈਨਾ ਰਸ਼ੀਆ ਨਾਲ ਮਿਲ ਕੇ ਜਾਂ ਕੱਲਾ ਵੀ ਬਾਰਡਰ ਤੇ ਤਣਾਅ ਬਣਾ ਸਕਦਾ ਹੈ। ਤੇ ਜੇਕਰ ਰਸ਼ੀਆ ਨਾਲ ਇੰਡੀਆ ਦੇ ਸਬੰਧ ਸਹੀ ਰਹਿੰਦੇ ਨੇ ਤਾਂ ਕਦੇ ਵੀ ਜੇਕਰ ਚਾਈਨਾ ਬਾਰਡਰ ਤੇ ਤਣਾਅ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂ ਰਸ਼ੀਆ ਉਸ ਤੇ ਦਬਾਅ ਪਾ ਸਕਦਾ ਹੈ, ਮਤਲਬ ਰਸ਼ੀਆ ਉਸ ਨੂੰ ਰੋਕ ਸਕਦਾ ਹੈ। ਤੇ ਚਾਈਨਾ ਹੋਰ ਕਿਸੇ ਦੀ ਸੁਣਨ ਵਾਲਾ ਵੀ ਨਹੀਂ ਹੈ ਰਸ਼ੀਆ ਤੋਂ ਇਲਾਵਾ। ਤੇ ਹੁਣ ਵੀ ਉਹ ਇਸ ਵਾਰ ਨੂੰ ਅਬਜ਼ਰਵ ਕਰ ਰਿਹਾ ਹੈ ਕਿ ਕਿਵੇਂ ਇੱਕ ਦੇਸ਼ ਨੇ ਸਾਰੇ ਦੇਸ਼ ਚੁੱਪ ਕਰਾ ਕੇ ਰੱਖੇ ਹੋਏ ਨੇ। ਸੋ ਇਸ ਕਰਕੇ ਹੁਣ ਗੱਲ ਵਿਚਾਲੇ ਫਸੀ ਹੋਈ ਹੈ, ਨਾ ਇੱਧਰ ਨਾ ਉੱਧਰ। ਸੋ ਇਸ ਕਰਕੇ ਹਾਲ ਦੇ ਸਮੇਂ ਇੰਡੀਆ ਨਿਊਟਰਲ ਚੱਲ ਰਿਹਾ ਹੈ। ਤੇ ਰਸ਼ੀਆ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਵਾਰ ਦੇ ਦੌਰਾਨ ਮੇਰੇ ਨਾਲ ਬਹੁਤ ਸਾਰੇ ਦੇਸ਼ ਵਪਾਰ ਬੰਦ ਕਰ ਦੇਣਗੇ, ਪਰ ਚਾਈਨਾ ਨਹੀਂ ਕਰੇਗਾ। ਸੋ ਇਸ ਕਰਕੇ ਹੀ ਇਹਨਾਂ ਦੀ ਦੋਸਤੀ ਗੂੜੀ ਹੁੰਦੀ ਜਾ ਰਹੀ ਹੈ। ਪਰ ਇਹ ਦੋਸਤੀ ਇੰਡੀਆ ਲਈ ਖਤਰਨਾਕ ਸਾਬਤ ਵੀ ਹੋ ਸਕਦੀ ਹੈ, ਕਿਉਂਕਿ ਰਸ਼ੀਆ ਨੇ ਬਹੁਤ ਵਾਰ ਇੰਡੀਆ ਦੀ ਨਹੀਂ ਚਾਈਨਾ ਦੀ ਸਪੋਰਟ ਕੀਤੀ ਹੈ, ਜਿਵੇਂ ਕਿ 1962 ਦੀ ਵਾਰ ਦੇ ਦੌਰਾਨ। 1960 ਦੀ ਸੋਵੀਅਤ ਯੂਨੀਅਨ ਦੀ ਪ੍ਰੈਜ਼ੀਡੈਂਟ ਨੇ ਦੱਸਿਆ, ਉਸਨੇ ਚਾਈਨਾ ਨੂੰ ਇੰਡੋ ਚਾਈਨਾ ਵਾਰ ਦੇ ਦੌਰਾਨ ਦੱਸਿਆ ਕਿ ਸੋਵੀਅਤ ਯੂਨੀਅਨ ਆਪਣੇ ਚਾਈਨੀਜ਼ ਭਰਾਵਾਂ ਦੀ ਮਦਦ ਕਰੇਗਾ, ਨਾ ਕਿ ਇੰਡੀਅਨ ਫਰੈਂਡਸ ਦੀ। ਤੇ ਹੋਰ ਤਾਂ ਹੋਰ ਕਰੂਸ਼ਚੇਵ ਨੇ ਉਸ ਸਮੇਂ ਮਿਗ 에ਅਰਕ੍ਰਾਫਟ ਦੀ ਡਿਲੀਵਰੀ ਵੀ ਡਿਲੇ ਕਰ ਦਿੱਤੀ ਸੀ। ਸੋ ਇਹ ਤਾਂ ਫਿਰ ਮਰਾਉਣ ਵਾਲੇ ਕੰਮ ਹੋਏ ਨਾ। ਸੋ ਬੇਸ਼ੱਕ ਕੋਈ ਇਹ ਸੋਚਦਾ ਹੋਵੇ ਕਿ ਇੰਡੀਆ ਰਸ਼ੀਆ ਤੇ ਡਿਪੈਂਡ ਹੈ, ਤਾਂ ਰਸ਼ੀਆ ਵੀ ਇੰਡੀਆ ਤੇ ਡਿਪੈਂਡ ਹੋਵੇਗਾ, ਕਿਉਂਕਿ ਰਸ਼ੀਆ 25% ਡਿਫੈਂਸ ਐਕਸਪੋਰਟਸ ਇੰਡੀਆ ਨੂੰ ਕਰ ਰਿਹਾ ਹੈ। ਪਰ ਕਿਹਾ ਜਾਂਦਾ ਹੈ ਕਿ ਵਲਾਦੀਮੀਰ ਪੁਤਿਨ ਇੱਕ ਅਜਿਹਾ ਬੰਦਾ ਹੈ ਜੋ ਨੁਕਸਾਨ ਭੁਗਤਣ ਲਈ ਤਿਆਰ ਹੋ ਜਾਂਦਾ ਹੈ। ਸੋ ਇਸ ਵਾਰ ਵਿੱਚ ਵੀ ਉਸ ਨੂੰ ਬਹੁਤ ਸਾਰੇ ਨੁਕਸਾਨ ਹੋਣਗੇ। ਸੋ ਬਹੁਤ ਹੀ ਕਮਾਲ ਦੀਆਂ ਕਹਾਣੀਆਂ ਸੁਣਾਈਆਂ ਜਾ ਰਹੀਆਂ ਨੇ ਰਸ਼ੀਆ ਦੇ ਲੋਕਾਂ ਨੂੰ। ਤੇ ਤੁਹਾਨੂੰ ਦੱਸ ਦਈਏ, ਯੂਕਰੇਨ ਦੇ ਰਾਸ਼ਟਰਪਤੀ ਨੇ ਜੋ ਜ਼ੈਲੈਂਸਕੀ, ਇਹਨਾਂ ਦਾ ਜਨਮ 25 ਜਨਵਰੀ 1978 ਵਿੱਚ ਹੋਇਆ ਸੀ। ਇਹ ਛੋਟੇ ਹੁੰਦੇ ਤੋਂ ਹੀ ਐਕਟਿੰਗ ਦੇ ਸ਼ੌਕੀਨ ਸੀ, ਤੇ ਇਸ ਕਰਕੇ ਹੀ ਇਹ 17-18 ਸਾਲ ਦੀ ਉਮਰ ਵਿੱਚ ਕਾਮੇਡੀ ਵਿੱਚ ਆਪਣਾ ਕੈਰੀਅਰ ਬਣਾਉਂਦੇ ਨੇ, ਤੇ ਜਿਸ ਤੋਂ ਬਾਅਦ ਇਹ ਇੱਕ ਵਧੀਆ ਐਕਟਰ ਤੇ ਕਮੇਡੀਅਨ ਬਣੇ। ਸੋ ਉਹ ਦੌਰ ਇਹਨਾਂ ਲਈ ਬਹੁਤ ਅਲੱਗ ਸੀ, ਕਿਉਂਕਿ ਉਸ ਵਿੱਚ ਇਹਨਾਂ ਨੇ ਕਦੇ ਵੀ ਯੁੱਧ ਨਹੀਂ ਦੇਖਿਆ, ਪਰ ਇਹਨਾਂ ਨੇ ਆਪਣੇ ਦੇਸ਼ ਵਿੱਚ ਕਰਪਸ਼ਨ ਜ਼ਰੂਰ ਦੇਖੀ, ਤੇ ਜਿਸ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਸੋਚਿਆ ਕਿ ਇਹ ਹੁਣ ਪੋਲੀਟੀਕਲ ਕੈਰੀਅਰ ਅਪਣਾਉਣਗੇ ਤੇ ਦੇਸ਼ ਦੀ ਕਰਪਸ਼ਨ ਨੂੰ ਜੜ ਤੋਂ ਖਤਮ ਕਰਾਂਗੇ। ਤੇ 2019 ਵਿੱਚ ਇਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜਦੇ ਨੇ ਤੇ ਇਹ ਜਿੱਤ ਵੀ ਜਾਂਦੇ ਨੇ। ਸੋ ਪੁਤਿਨ ਨੇ ਇਹਨਾਂ ਨੂੰ ਇੱਕ ਗੱਲਬਾਤ ਕਰਨ ਦਾ ਆਫਰ ਵੀ ਦਿੱਤਾ ਹੈ, ਪਰ ਉਸ ਤੋਂ ਪਹਿਲਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਸਰੈਂਡਰ ਕਰ ਦਿਓ, ਪਰ ਯੂਕਰੇਨ ਦੇ ਰਾਸ਼ਟਰਪਤੀ ਨੇ ਇਸ ਤੋਂ ਮਨਾ ਕਰ ਦਿੱਤਾ ਹੈ। ਤੇ ਇਹਨਾਂ ਨੂੰ ਇੱਕ ਆਫਰ ਯੂਐਸ ਵੱਲੋਂ ਵੀ ਆਇਆ ਕਿ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਅਸੀਂ ਪੂਰੀ ਫੋਰਸ ਨਾਲ ਰੈਸਕਿਊ ਕਰਕੇ ਯੂਐਸਏ ਲੈ ਆਉਨੇ ਆ, ਸੋ ਤੁਹਾਡਾ ਇੱਥੇ ਰਹਿਣਾ ਸਹੀ ਨਹੀਂ ਹੈ। ਪਰ ਇਹਨਾਂ ਨੇ ਉਸ ਤੋਂ ਵੀ ਮਨਾ ਕਰ ਦਿੱਤਾ, ਕਿਉਂਕਿ ਇਹਨਾਂ ਦਾ ਕਹਿਣਾ ਸੀ ਕਿ ਜੇ ਮੈਂ ਹੀ ਦੇਸ਼ ਛੱਡ ਦਿੱਤਾ ਤਾਂ ਇੱਥੋਂ ਦੇ ਲੋਕਾਂ ਦਾ ਕੀ ਹੋਵੇਗਾ, ਉਸ ਵਕਤ ਹੀ ਸਰਕਾਰ ਗਿਰ ਜਾਵੇਗੀ। ਸੋ ਕੁੱਲ ਮਿਲਾ ਕੇ ਜੋ ਬੰਦਾ ਜਿਹੇ ਸਮੇਂ ਵਿੱਚ ਵੀ ਖੜਾ ਹੈ, ਸੋ ਉਹ ਵਧੀਆ ਬੰਦਾ ਹੀ ਹੋਵੇਗਾ, ਨਹੀਂ ਤਾਂ ਉਸ ਕੋਲ ਬਾਹਰ ਜਾਣ ਦੇ, ਬਚ ਕੇ ਨਿਕਲਣ ਦੇ ਬਹੁਤ ਰਸਤੇ ਨੇ, ਜੇਕਰ ਉਸਨੇ ਦੇਸ਼ ਛੱਡਣਾ ਹੀ ਹੋਵੇ। ਸੋ ਸੰਯੁਕਤ ਰਾਸ਼ਟਰ ਪਰਿਸ਼ਦ ਦੀਆਂ ਬੈਠਕਾਂ ਵੀ ਹੋ ਰਹੀਆਂ ਨੇ, ਜਿਸ ਵਿੱਚ ਰਸ਼ੀਆ ਦੇ ਦਿੱਤੇ ਪ੍ਰਸਤਾਵ ਤੇ ਚਰਚਾ ਵੀ ਹੋਵੇਗੀ। ਜੇਕਰ ਜ਼ਿਆਦਾ ਲੋਕਾਂ ਦੀ ਰਾਏ ਇਸ ਪ੍ਰਸਤਾਵ ਨੂੰ ਮੰਨਣ ਲਈ ਹੋਵੇਗੀ ਤਾਂ ਸ਼ਾਇਦ ਇਹ ਜੰਗ ਖਤਮ ਹੋ ਜਾਵੇਗੀ। ਸੋ ਦੇਖਦੇ ਹਾਂ ਹੁਣ ਇਹਨਾਂ ਮੀਟਿੰਗਾਂ ਵਿੱਚੋਂ ਕੀ ਨਿਕਲਦਾ ਹੈ, ਜਾਂ ਫਿਰ ਇਹ ਜੰਗ ਥੋੜੇ ਹੋਰ ਲੰਬੀ ਚੱਲਦੀ ਹੈ, ਪਰ ਐਂਡ ਆਫ ਦਾ ਡੇ ਯੁੱਧ ਖਤਮ ਹੋ ਜਾਵੇਗਾ। ਲੀਡਰ ਹੱਥ ਮਿਲਾ ਲੈਣਗੇ, ਪਰ ਬੁੱਢੀ ਮਾਂ ਆਪਣੇ ਸ਼ਹੀਦ ਪੁੱਤ ਦੀ ਉਡੀਕ ਕਰਦੀ ਰਹੇਗੀ। ਜਵਾਨ ਕੁੜੀ ਆਪਣੇ ਪਤੀ ਦੀ ਉਡੀਕ ਕਰੇਗੀ। ਛੋਟੇ ਛੋਟੇ ਬੱਚੇ ਆਪਣੇ ਪਿਤਾ ਦੀ ਉਡੀਕ ਕਰਨਗੇ ਜੋ ਯੁੱਧ ਵਿੱਚ ਸ਼ਹੀਦ ਹੋ ਗਏ ਨੇ। ਸੋ ਕਹਿਣ ਦਾ ਮਤਲਬ ਕਿ ਨੁਕਸਾਨ ਤਾਂ ਆਮ ਜਨਤਾ ਦਾ ਹੀ ਹੋ ਰਿਹਾ ਹੈ, ਲੀਡਰਾਂ ਦਾ ਨਹੀਂ। ਗਰਾਊਂਡ ਰਿਐਲਿਟੀ ਦੇ ਵਿੱਚ ਜੋ ਜਾ ਕੇ ਲੜਦਾ ਹੈ, ਨੁਕਸਾਨ ਤਾਂ ਉਹਨਾਂ ਦਾ ਹੁੰਦਾ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਸੋ ਇਸ ਕਰਕੇ ਹੀ ਅੱਜ ਬਹੁਤ ਸਾਰੇ ਦੇਸ਼ ਹਾਲੇ ਚੁੱਪ ਹੋ ਕੇ ਬੈਠੇ ਨੇ ਕਿ ਜੰਗ ਕਰਨ ਨਾਲ ਕਿਸੇ ਦਾ ਵੀ ਅੱਜ ਤੱਕ ਭਲਾ ਨਹੀਂ ਹੋਇਆ, ਬਲਕਿ ਇਸ ਤੋਂ ਉੱਭਰਨ ਲਈ ਬਹੁਤ ਸਮਾਂ ਲੱਗ ਜਾਂਦਾ ਹੈ। ਸੋ IND ਮਨੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ, ਤੇ ਐਪਲ ਦਾ ਫ੍ਰੀ ਸ਼ੇਅਰ ਕਲੇਮ ਕਰਨਾ ਨਾ ਭੁੱਲਿਓ। ਕੋਡ ਜ਼ਰੂਰ ਯੂਜ਼ ਕਰ ਲਿਓ PM Apple। ਸੋ ਕੁੱਲ ਮਿਲਾ ਕੇ ਜੰਗ ਖੁਦ ਵਿੱਚ ਹੀ ਇੱਕ ਬਹੁਤ ਵੱਡਾ ਮਸਲਾ ਹੈ। ਸੋ ਜਿਹੜਾ ਆਪ ਹੀ ਮਸਲਾ ਹੋਇਆ, ਉਹ ਮਸਲਿਆਂ ਨੂੰ ਕਿਵੇਂ ਹੱਲ ਕਰ ਦੇਵੇਗਾ? ਮਤਲਬ ਜੰਗ ਕਦੇ ਵੀ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੀ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ, ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ, ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ, ਤਾਂ ਜੋ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ, ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬ ਲਿਓ, ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।